नाम वाहिगुरु साहिब जी। वाहिगुरु साहिब जी। मन साचा मुख साचा सोए, अवर न पेखै एकस बिन कोय। नानक ए लक्षण ब्रह्म ज्ञानी होए। हों कुर्बान जाओ मेरवाना, हों कुर्बान जाओ, हों कुर्बान जाओ। तिना कै लैन जो तेरा नाव, लैन जो तेरा नाव तिना कै। हों सद कुर्बान जाओ, लैन जो तेरा नाव तिना कै। हों सद कुर्बान जाओ। धन धन ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੇ ਆਪ ਜੀ ਪਾਵਨ ਪਵਿੱਤਰ ਦਰਸ਼ਨ ਦੀਦਾਰੇ ਕਰ ਰਹੇ ਹੋ। ਧਨ ਸੋ ਵੇਲਾ ਜਿਤ ਦਰਸ਼ਨ ਕਰਨਾ, ਦਰਸ਼ਨ ਦੇਖ ਜੀਵਾਂ ਗੁਰ ਤੇਰਾ। ਪੂਰਨ ਕਰਮ ਹੋਏ ਪ੍ਰਭ ਮੇਰਾ। ਉਹ ਸਮਾਂ ਸਫਲਿਆ ਹੈ, ਉਹ ਸਮਾਂ ਧਨ ਹੈ, ਉਹ ਜੀਵਨ ਦੀਆਂ ਘੜੀਆਂ ਮੁਬਾਰਕ ਹਨ ਜਦੋਂ ਆਪਾਂ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਦੇ ਹਾਂ, ਗੁਰੂ ਦੀ ਗੱਲ ਕਰਦੇ ਹਾਂ, ਗੁਰੂ ਦੀ ਸਿਫਤ ਕਰਦੇ ਹਾਂ, ਜਦੋਂ ਗੁਰਬਾਣੀ ਦੇ ਨਾਲ ਆਪਾਂ ਜੁੜਦੇ ਹਾਂ। ਸੋ ਫਤਿਹ ਬੁਲਾਉਣ ਤੋਂ ਪਹਿਲਾਂ ਸਾਧ ਸੰਗਤ ਜੀ, ਅੱਜ ਸਿੱਖ ਜਗਤ ਦੀ ਇੱਕ ਬੜੀ ਮਹਾਨ ਸ਼ਖਸੀਅਤ, ਇੱਕ ਬਹੁਤ ਹੀ ਆਦਰਣੀਏ, ਇੱਕ ਬਹੁਤ ਹੀ ਸਤਿਕਾਰ ਵਾਲੀ ਸ਼ਖਸੀਅਤ, ਜਿਨ੍ਹਾਂ ਦਾ ਸਤਿਕਾਰ ਗੁਰੂ ਸਾਹਿਬਾਨਾਂ ਨੇ ਆਪ ਕੀਤਾ, ਜਿਨ੍ਹਾਂ ਨੂੰ ਮਾਣ ਇੱਜ਼ਤ ਵਡਿਆਈ ਗੁਰੂ ਸਾਹਿਬ ਜੀ ਨੇ ਆਪ ਬਖਸ਼ਿਸ਼ ਕੀਤੀ। ਤੇ ਐਸੀ ਸ਼ਖਸੀਅਤ ਕਿ ਗੁਰੂ ਸਾਹਿਬ ਜੀ ਵੀ ਉਹਨਾਂ ਨੂੰ ਪਿਆਰ ਦੇ ਨਾਲ ਐਸਾ ਕਿਹਾ ਕਰਦੇ ਸਨ ਕਿ ਅੱਜ ਕੋਈ ਗੁਰੂ ਨਾਨਕ ਸਾਹਿਬ ਜੀ ਦੀ ਗੱਲ ਸੁਣਾਓ, ਅੱਜ ਕੋਈ ਗੁਰੂ ਨਾਨਕ ਸਾਹਿਬ ਜੀ ਦੀ ਸਾਖੀ ਸੁਣਾਓ। ਸੋ ਕਹਿਣ ਤੋਂ ਭਾਵ ਹੈ ਕਿ ਜਿਨ੍ਹਾਂ ਨੂੰ ਨਾ ਸਾਧ ਸੰਗਤ ਜੀ ਆਪਾਂ ਸ਼ਰਧਾ ਬਣਾਣੀ, ਭਾਵਨਾ ਬਣਾਣੀ ਹੈ। ਪੁੱਤਰਾਂ ਦੇ ਦਾਨੀ ਕਰਕੇ ਤੁਸੀਂ ਪੰਜਾਬ ਦੇ ਵਿੱਚ ਜਾਓ, ਫਤਿਹ ਬੁਲਾਉਣ ਤੋਂ ਪਹਿਲਾਂ ਥੋੜ੍ਹਾ ਜਿਹਾ ਪਿਆਰ ਸਾਡੇ ਅੰਦਰ ਜਾਗੇ। ਪੰਜਾਬ ਦੇ ਵਿੱਚ ਜਾਓ, ਟਰੱਕਾਂ ਦੇ ਪਿੱਛੇ ਤੇ ਸਾਧ ਸੰਗਤ ਟਰਾਲੀਆਂ ਦੇ ਪਿੱਛੇ, ਗੱਡੀਆਂ ਦੇ ਪਿੱਛੇ ਲਿਖਿਆ ਹੁੰਦਾ ਪੁੱਤਰਾਂ ਦੇ ਦਾਨੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ। ਕੇਵਲ ਪੁੱਤਰਾਂ ਦੇ ਦਾਨੀ ਹੀ ਨਹੀਂ, ਸੰਤਾਨ ਦੇ ਦਾਨੀ ਬਾਬਾ ਬੁੱਢਾ ਸਾਹਿਬ ਜੀ। ਕਿਉਂਕਿ ਕਈ ਪਰਿਵਾਰ ਐਸੇ ਨੇ ਜਿਹੜੇ ਪੁੱਤਰ ਨਹੀਂ, ਜਿਹੜੇ ਧੀ ਮੰਗਦੇ ਨੇ ਕਿ ਸਤਿਗੁਰੂ ਪੁੱਤਰ ਤਾਂ ਦੇ ਤੇ ਧੀ ਦਾ ਹੀ ਦਾਨ ਦੇ ਦੇ, ਧੀ ਦੀ ਦਾਤ ਦੇ ਦੇ। ਤੇ ਬਾਬਾ ਬੁੱਢਾ ਸਾਹਿਬ ਜੀ ਦੇ ਦਰ ਤੇ ਉਹ ਵੀ ਜਾ ਕੇ ਅਰਦਾਸਾਂ ਕਰਦੇ ਨੇ। ਤੇ ਉਹ ਅੱਜ ਸਾਧ ਸੰਗਤ ਜੀ ਜੋੜ ਮੇਲਾ ਬਾਬਾ ਬੁੱਢਾ ਸਾਹਿਬ, ਸਿੱਖ ਜਗਤ ਦੇ ਅੰਦਰ ਇਹ ਦਿਨ ਬੜੀ ਸ਼ਰਧਾ ਦੇ ਨਾਲ, ਬੜੀ ਭਾਵਨਾ ਦੇ ਨਾਲ ਬੀੜ ਸਾਹਿਬ ਝਬਾਲ ਵਿਖੇ ਮਨਾਇਆ ਜਾਂਦਾ ਹੈ। ਤੇ ਅੱਜ ਬਾਬਾ ਬੁੱਢਾ ਸਾਹਿਬ ਜੀ ਦਾ, ਬਾਬਾ ਬੁੱਢਾ ਜੀ ਦਾ ਇਤਿਹਾਸ ਤੇ ਬਹੁਤ ਲੰਬੇਰਾ ਹੈ, ਪਰ ਟੂਕ ਮਾਤਰ ਥੋੜ੍ਹੇ ਸਮੇਂ ਦੇ ਵਿੱਚ ਰਹਿ ਕੇ ਜੋ ਅੱਜ ਦਾ ਇਤਿਹਾਸ ਹੈ, ਜੋ ਅੱਜ ਜੋੜ ਮੇਲਾ ਬਾਬਾ ਬੁੱਢਾ ਸਾਹਿਬ ਜੀ ਬੀੜ ਸਾਹਿਬ ਵਿਖੇ ਮਨਾਇਆ ਜਾਂਦਾ ਹੈ, ਉਹ ਗੁਰੂ ਦੀ ਬਖਸ਼ਿਸ਼ ਲਈਏ। ਸਾਰਿਆਂ ਨੂੰ ਦੋਵੇਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਬੜੀ ਨਿਮਰਤਾ ਦੇ ਨਾਲ ਕਿ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਫਤਿਹ ਬੁਲਾਈਏ ਤੇ ਸਾਰੇ ਕਰੋ ਕਿਰਪਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦੋਂ ਆਪਾਂ ਸਿੱਖ ਇਤਿਹਾਸ ਨੂੰ ਪੜ੍ਹਦੇ ਹਾਂ ਤੇ ਆ ਪੰਜਾਬ ਦੀ ਧਰਤੀ ਬੜੀ ਪਵਿੱਤਰ ਧਰਤੀ ਹੈ।
ਸਭ ਤੋਂ ਪੁਰਾਣਾ ਵੇਦ ਕਹਿੰਦੇ ਨੇ ਰਿਗ ਵੇਦ, ਉਹਦੇ ਵਿੱਚ ਵੀ ਇਹ ਪੰਜਾਬ ਦੀ ਧਰਤੀ ਤੇ ਰਿਸ਼ੀਆਂ ਮੁਨੀਆਂ ਪਕੰਬਰਾਂ ਔਲੀਆ ਅਵਤਾਰਾਂ ਨੇ ਜਨਮ ਲਿਆ। ਤੇ 10 ਗੁਰੂ ਸਾਹਿਬਾਨਾਂ ਦੀ ਜਦੋਂ ਆਪਾਂ ਗੱਲ ਕਰੀਏ, ਦੇਸ਼ ਦੀ ਵੰਡ ਤੋਂ ਪਹਿਲਾਂ 1947 ਤੋਂ ਪਹਿਲਾਂ, ਪਾਰਟੀਸ਼ਨ ਤੋਂ ਪਹਿਲਾਂ, ਕੇਵਲ ਤਾਂ ਕੇਵਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੂੰ ਛੱਡ ਕੇ ਬਾਕੀ 9 ਪਾਤਸ਼ਾਹੀਆਂ ਦਾ ਅਵਤਾਰ, 9 ਪਾਤਸ਼ਾਹੀਆਂ ਦਾ ਜਨਮ ਸਾਧ ਸੰਗਤ ਜੀ ਪੰਜਾਬ, ਵੱਡਾ ਪੰਜਾਬ, ਪਹਿਲਾ ਪੰਜਾਬ ਦੀ ਧਰਤੀ ਤੇ ਹੋਇਆ। ਦੇਸ਼ ਦੀ ਵੰਡ ਤੋਂ ਬਾਅਦ ਵਿੱਚ ਕੇਵਲ 9ਵੇਂ ਪਾਤਸ਼ਾਹ ਤੋਂ ਬਾਅਦ 10ਵੇਂ ਪਾਤਸ਼ਾਹ ਕੇਵਲ, ਜਿਨ੍ਹਾਂ ਦਾ ਜਨਮ ਪਟਨੇ ਦਾ, ਬਿਹਾਰ ਦਾ ਹੈ। ਸੋ ਸਾਧ ਸੰਗਤ ਜੀ, ਕਥੂ ਨੰਗਲ ਦੇ ਵਿੱਚ ਇੱਕ ਜ਼ਿਮੀਂਦਾਰ ਪਰਿਵਾਰ ਸੁੰਗਾ ਰੰਧਾਵਾ ਜਿਨ੍ਹਾਂ ਦਾ ਨਾਮ ਹੈ, ਤੇ ਮਾਤਾ ਦਾ ਨਾਮ ਹੈ ਮਾਤਾ ਗੌਰਾਂ ਜੀ। ਮਾਤਾ ਗੌਰਾਂ ਜੀ ਦੀ ਕੁੱਖ ਤੋਂ ਸਨ 1506 ਈਸਵੀ ਦੇ ਵਿੱਚ ਇੱਕ ਬਾਲਕ ਨੇ ਜਨਮ ਲਿਆ, ਜਿਸ ਬਾਲਕ ਦਾ ਨਾਮ ਘਰ ਵਾਲਿਆਂ ਨੇ ਬੂੜਾ ਰੱਖਿਆ। ਤੇ ਭਾਈ ਬੂੜਾ ਵੀ ਕਈਆਂ ਦਾ ਜ਼ਿਕਰ ਮਿਲਦਾ ਪਈ, ਭਾਈ ਬੂੜਾ ਰੱਖਿਆ। ਜ਼ਿਮੀਂਦਾਰ ਪਰਿਵਾਰ ਸੀ, 1506 ਈਸਵੀ ਦੇ ਵਿੱਚ ਜਨਮ ਹੋਇਆ ਤੇ ਆਪ ਜੀ ਦੀ ਉਮਰ ਹੋਈ ਤਕਰੀਬਨ 12 ਕੁ ਸਾਲ ਦੀ। 12 ਸਾਲ ਦੀ ਉਮਰ ਹੈ ਤੇ ਜਗਤ ਦੇ ਮਾਲਕ, ਜਗਤ ਦੇ ਤਾਰਕ ਸਤਿਗੁਰੂ ਕਲ ਤਾਰਨ ਗੁਰ ਨਾਨਕ ਆਇਆ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਇਸ ਇਲਾਕੇ ਦੇ ਵਿੱਚ ਆਏ ਨੇ, ਕਥੂ ਨੰਗਲ ਦੇ ਕੋਲ ਵਿਚਰ ਰਹੇ ਨੇ ਤੇ ਕੀ ਤੱਕਦੇ ਨੇ ਕਿ ਗੁਰੂ ਬਾਬਾ ਜੀ ਗਾ ਰਹੇ ਨੇ ਤੇ ਕੋਲ ਭਾਈ ਮਰਦਾਨਾ ਜੀ ਰਬਾਬ ਵਜਾ ਰਹੇ ਨੇ। ਤੇ ਇਹ ਭਾਈ ਬੂੜਾ ਜੀ, ਸਾਧ ਸੰਗਤ ਜੀ, ਬੜੀ ਮਹਾਨ ਹਸਤੀ ਨੇ, ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ। ਪਰ ਜਦੋਂ ਇਤਿਹਾਸ ਨੂੰ ਦਰਸਾਇਆ ਜਾਂਦਾ ਹੈ ਫਿਰ ਸਾਡੀ ਪਕੜ ਦੇ ਵਿੱਚ, ਸਾਡੀ ਸਮਝ ਦੇ ਵਿੱਚ ਗੱਲ ਆ ਜਾਵੇ, ਇਸ ਕਰਕੇ। ਤੇ ਇਹ 12 ਸਾਲ ਦਾ ਬੱਚਾ ਜਿੱਥੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਭਾਈ ਮਰਦਾਨਾ ਜੀ ਨਾਲ ਰਬਾਬ ਵਜਾ ਰਹੇ ਨੇ, ਦਰਸ਼ਨ ਕੀਤੇ ਤੇ ਕੀ ਦੇਖਿਆ, ਗੁਰੂ ਬਾਬਾ ਜੀ ਗਾ ਰਹੇ ਨੇ, ਬੋਲ ਰਹੇ ਨੇ, ਮਰਦਾਨਾ ਰਬਾਬ ਵਜਾ ਰਿਹਾ ਹੈ। ਤੇ ਜਦੋਂ ਰਬਾਬ ਵਜਾ ਕੇ ਮਰਦਾਨਾ ਹਟਿਆ ਤੇ ਬਾਅਦ ਵਿੱਚ ਭਾਈ ਬੂੜਾ ਜੀ ਕੀ ਤੱਕਦੇ ਨੇ, ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਚਿਹਰੇ ਤੇ ਉਹੀ ਲਾਲੀ, ਉਹੀ ਤੇਜ, ਬੜਾ ਪ੍ਰਤਾਪ, ਸਤਿਗੁਰੂ ਸਾਹਿਬ ਜੀ ਦਾ ਹੰਸੂ ਹੰਸੂ ਕਰਦਾ ਚਿਹਰਾ। ਤੇ ਇਹ ਬਾਲਕ ਘਰ ਗਿਆ ਤੇ ਆਖਦਾ, ਮਾਂ ਬਾਹਰ ਜੰਗਲ ਦੇ ਵਿੱਚ ਅੱਜ ਇੱਕ ਫਕੀਰ ਆਇਆ ਹੈ, ਅੱਜ ਇੱਕ ਸੰਤ ਆਇਆ ਹੈ, ਉਸ ਦੇ ਨਾਲ ਇੱਕ ਹੋਰ ਸਾਥੀ ਹੈ, ਉਹ ਰਬਾਬ ਵਜਾ ਰਿਹਾ ਸੀ, ਸਾਜ਼ ਵਜਾ ਰਿਹਾ ਸੀ ਤੇ ਉਹ ਆਪ ਫਕੀਰ, ਉਹ ਸੰਤ ਗਾ ਰਿਹਾ ਸੀ। ਮਾਂ, ਮੈਂ ਤੱਕਿਆ ਕਿ ਉਹਨਾਂ ਦੀ ਚਿਹਰੇ ਦੀ ਮੁਸਕਰਾਹਟ, ਉਹਨਾਂ ਦਾ ਚਿਹਰੇ ਦਾ ਨੂਰ, ਉਹਨਾਂ ਦੇ ਚਿਹਰੇ ਦੀ ਲਾਲੀ, ਉਹਨਾਂ ਦੇ ਚਿਹਰੇ ਦਾ ਪ੍ਰਤਾਪ ਕੋਈ ਰੱਬ ਦਾ ਰੂਪ ਆਇਆ, ਕੋਈ ਆਪ ਰੱਬ ਆਇਆ, ਇੰਜ ਕਹਿ ਲਈਏ ਨਾ, ਕੋਈ ਆਪ ਰੱਬ ਆਇਆ, ਆਪ ਨਿਰੰਕਾਰ ਆਇਆ। ਤੇ ਮਾਂ, ਜੇ ਤੂੰ ਮੈਨੂੰ ਆਗਿਆ ਦੇਵੇ ਤੇ ਥੋੜਾ ਜਿਹਾ ਦੁੱਧ ਲਿਜਾ ਕੇ ਮੈਂ ਉਹਨਾਂ ਨੂੰ ਦੁੱਧ ਪਿਲਾਣਾ ਚਾਹੁੰਦਾ, ਦੁੱਧ ਦੇ ਨਾਲ ਸੇਵਾ ਕਰਨੀ ਚਾਹੁੰਦਾ। ਤੇ ਕਹਿੰਦੇ ਨੇ ਮਾਂ ਨੇ ਕਾੜੀਨੀ ਦੇ ਵਿੱਚੋਂ, ਜਿਹੜਾ ਕਾੜੀਨੀ ਦਾ ਕੜਿਆ ਹੋਇਆ ਦੁੱਧ ਹੋਵੇ ਨਾ ਜੀ, ਜਿੱਥੇ ਉਹ ਬੜਾ ਸਵਾਦੀ ਹੁੰਦਾ ਹੈ ਤੇ ਉੱਥੇ ਬੜਾ ਤਾਕਤ ਵਾਲਾ ਵੀ ਹੁੰਦਾ ਹੈ। ਮਾਂ ਦੇ ਕੋਲੋਂ ਕਾੜਨੀ ਦਾ ਕੜਿਆ ਹੋਇਆ ਦੁੱਧ ਲੈ ਕੇ ਆ ਗਏ ਤੇ ਦੁੱਧ ਅੱਗੇ ਰੱਖਿਆ, ਕਹਿਣ ਲੱਗੇ, ਆ ਲੋ ਸਾਧੂ ਜੀ, ਸੰਤ ਜੀ, ਆ ਦੁੱਧ ਪੀਓ। ਤੇ ਦੁੱਧ ਪੀ ਕੇ, ਦੁੱਧ ਛਕ ਕੇ ਕੋਈ ਪ੍ਰਮਾਤਮਾ ਦੇ ਘਰ ਦੀ ਗੱਲ ਸੁਣਾਓ।
ਜਦੋਂ ਐਸਾ ਕਿਹਾ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਦੇਖੋ ਨਾ ਜੀ, ਇਹ ਕੌਣ ਜਾਣਦਾ ਸੀ ਕਿ ਅੱਜ ਦੀ ਕੈਸੀ ਇਹ ਮਿਲਣੀ ਹੈ, ਅੱਜ ਦਾ ਇਹ ਕੈਸਾ ਮਿਲਾਪ ਹੈ। ਸਾਹਿਬ ਜੀ ਨੇ ਦੁੱਧ ਵਾਲਾ ਕਟੋਰਾ, ਦੁੱਧ ਵਾਲੀ ਗੜਵੀ ਤਾਂ ਪਰਾਂ ਰੱਖ ਦਿੱਤੀ, ਤੇ ਮੇਰੇ ਸਾਹਿਬ ਜੀ ਕਹਿਣ ਲੱਗੇ, ਬੇਟਾ ਇੱਕ ਤਾਂ ਤੇਰੀ ਉਮਰ ਛੋਟੀ, ਦੂਸਰਾ ਰੱਬ ਦੇ ਘਰ ਦੀ ਗੱਲ ਤੂੰ ਕਰ ਰਿਹਾ, ਫਿਰ ਰੱਬ ਦੇ ਘਰ ਦੀ ਗੱਲ ਸੁਣਾਓ। ਬੇਟਾ, ਰੱਬ ਦੇ ਘਰ ਦੀ ਗੱਲ ਸੁਣਨ ਦਾ ਤੇਰੇ ਅੰਦਰ ਇੰਨੀ ਛੋਟੀ ਉਮਰ ਦੇ ਵਿੱਚ ਕਿਵੇਂ ਚਾਅ ਪੈਦਾ ਹੋ ਗਿਆ। ਤੇ ਉਸ ਵੇਲੇ ਇਹ ਭਾਈ ਬੂੜਾ ਜੀ, ਬਾਲਕ ਬੂੜਾ ਜੀ ਕਹਿਣ ਲੱਗੇ ਵੀ ਸੰਤ ਜੀ, ਮੌਤ ਦਾ ਕੋਈ ਪਤਾ ਨਹੀਂ ਕਿ ਮੌਤ ਕਦੋਂ ਆ ਜਾਵੇ। ਗੁਰੂ ਬਾਬਾ ਜੀ ਨੇ ਫਿਰ ਸਵਾਲ ਕੀਤਾ, ਕਹਿਣ ਲੱਗੇ, ਬੇਟਾ ਇੱਕ ਤਾਂ ਛੋਟੀ ਉਮਰ, ਦੂਸਰਾ ਮੌਤ ਦਾ ਡਰ, ਮੌਤ ਦਾ ਚੇਤੇ, ਇਹ ਤੇਰੇ ਅੰਦਰ ਕਿੱਦਾਂ ਖਿਆਲ ਪੈਦਾ ਹੋ ਗਿਆ। ਤੇ ਭਾਈ ਬੂੜਾ ਜੀ ਕਹਿਣ ਲੱਗੇ ਵੀ ਸੰਤ ਜੀ, ਜ਼ਿਮੀਂਦਾਰਾਂ ਦਾ ਪੁੱਤਰ ਹਾਂ, ਫਸਲ ਬੀਜੀ ਹੋਈ ਸੀ, ਅਜੇ ਕੁਝ ਹਰੀ ਸੀ, ਕੁਝ ਡੱਡਰੀ ਸੀ, ਕੁਝ ਪੱਕੀ ਸੀ। ਹਾਕਮ ਆਏ, ਜ਼ਾਲਮਾਂ ਦੇ ਹਾਕਮ ਆਏ, ਉਹਨਾਂ ਨੇ ਕੀ ਕੀਤਾ, ਜਿਹੜੀ ਤਾਂ ਅਜੇ ਤੱਕ ਫਸਲ ਜਿਹੜੀ ਸੀ ਹਰੀ ਸੀ ਉਹ ਤਾਂ ਉਜਾੜ ਦਿੱਤੀ, ਡੱਡਰੀ ਵੀ ਉਜਾੜ ਦਿੱਤੀ, ਜਿਹੜੀ ਪੱਕੀ ਸੀ ਉਹ ਵੱਢ ਕੇ ਲੈ ਗਏ। ਤੇ ਮੇਰਾ ਬਾਪੂ ਕੋਲ ਖਲੋਤਾ ਵੇਖਦਾ ਰਿਹਾ, ਪਰ ਉਸ ਦਾ ਵੱਸ ਕੋਈ ਨਾ ਚੱਲਿਆ। ਤੇ ਉਸ ਦਿਨ ਤੋਂ ਸੰਤ ਜੀ ਮਨ ਦੇ ਵਿੱਚ ਆਇਆ, ਇਹ ਤਾਂ ਹਾਕਮ ਨੇ ਆਏ ਨੇ ਤੇ ਫਸਲ ਵੱਢ ਕੇ ਲੈ ਗਏ ਨੇ, ਤੇ ਕੋਈ ਚਾਰਾ ਨਹੀਂ ਚੱਲ ਸਕਿਆ, ਮੌਤ ਦਾ ਵੀ ਕੋਈ ਪਤਾ ਨਹੀਂ ਕਦੋਂ ਆ ਜਾਵੇ। ਇੱਕ ਉਦਾਹਰਣ ਹੋਰ ਦਿੰਦੇ ਨੇ ਵਿਦਵਾਨ ਕਿ ਇੱਕ ਦਿਨ ਮਾਤਾ ਜੀ ਘਰ ਦੇ ਵਿੱਚ ਰੋਟੀ ਬਣਾ ਰਹੇ ਨੇ, ਤੇ ਜਿਹੜੀਆਂ ਛੋਟੀਆਂ ਲੱਕੜਾਂ ਨੇ ਉਹ ਪਹਿਲਾਂ ਬਾਲ ਰਹੇ ਨੇ, ਉਹਨਾਂ ਨੂੰ ਅੱਗ ਜਲਦੀ ਪਕੜਦੀ, ਤੇ ਵੱਡੀਆਂ ਲੱਕੜਾਂ ਫਿਰ ਬਾਅਦ ਵਿੱਚ। ਕਹਿਣ ਲੱਗੇ, ਸੰਤ ਜੀ, ਮੈਂ ਦੇਖਿਆ ਮੇਰੀ ਮਾਂ ਨੇ ਛੋਟੀਆਂ ਲੱਕੜਾਂ ਨੂੰ ਅੱਗ ਪਹਿਲਾਂ ਲਾਈ, ਤੇ ਸੰਤ ਜੀ ਪਤਾ ਨਹੀਂ ਛੋਟੀ ਉਮਰ ਦੇ ਵਿੱਚ ਹੀ ਮੌਤ ਆ ਜਾਵੇ। ਤੇ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਨਾ, ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਜਗਤ ਦੇ ਮਾਲਕ ਸਤਿਗੁਰੂ ਸਾਹਿਬ ਜੀ, ਇਸ ਬੱਚੇ ਨੂੰ ਆਪਣੇ ਗਲੇ ਦੇ ਨਾਲ ਲਗਾਇਆ, ਛਾਤੀ ਦੇ ਨਾਲ ਲਗਾਇਆ, ਤੇ ਛਾਤੀ ਦੇ ਨਾਲ ਲਗਾ ਕੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿਣ ਲੱਗੇ, ਹੈ ਤੂੰ ਬੱਚਾ, ਪਰ ਗੱਲਾਂ ਤੇਰੀਆਂ ਬੁੱਢਿਆਂ ਵਾਲੀਆਂ ਨੇ, ਅੱਜ ਤੋਂ ਲੈ ਕੇ ਤੂੰ ਸਾਡਾ ਬੁੱਢਾ ਹੋਇਆ, ਬਾਬਾ ਬੁੱਢਾ ਹੋਇਆ। ਭਾਈ ਬਿਰਧ ਤੇ ਬਾਬਾ ਬੁੱਢਾ ਸਾਹਿਬ, ਇਹ ਦੋ ਨਾਵਾਂ ਦੇ ਨਾਮ ਦੇ ਨਾਲ ਆਪ ਜੀ ਨੂੰ ਸਾਧ ਸੰਗਤ ਜੀ ਆਪਾਂ ਜਾਣਦੇ ਹਾਂ, ਨਮਸਕਾਰ ਕਰਦੇ ਹਾਂ। 12 ਸਾਲ ਦੀ ਉਮਰ ਦੇ ਵਿੱਚ ਇਹ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਦਰਸ਼ਨ ਕਰਦੇ ਨੇ, ਤੇ 125 ਸਾਲ ਦੀ ਉਮਰ ਟੋਟਲ ਦੱਸੀ ਜਾਂਦੀ ਹੈ ਬਾਬਾ ਬੁੱਢਾ ਸਾਹਿਬ ਜੀ ਦੀ, ਜਿਹਦੇ ਵਿੱਚੋਂ 113 ਸਾਲ ਬੜਾ ਲੰਮਾ ਸਮਾਂ ਬਣਦਾ ਹੈ ਜੀ। ਆਪ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਸੇਵਾ ਕੀਤੀ। ਇਹ ਸਾਧ ਸੰਗਤ ਜੀ ਟੂਕ ਮਾਤਰ ਤੁਹਾਨੂੰ ਦਰਸਾਣਾ, ਸਾਂਝ ਪਾਣੀ ਜ਼ਰੂਰੀ ਸੀ, ਤਾਂ ਜੋ ਕਿ ਅੱਜ ਦੇ ਇਤਿਹਾਸ ਦੇ ਵੱਲ ਆਪਾਂ ਆ ਸਕੀਏ। ਤੇ ਫਿਰ ਮਾਂ ਨੂੰ ਕਹਿਣ ਲੱਗੇ ਬਾਬਾ ਬੁੱਢਾ ਸਾਹਿਬ ਜੀ, ਬਸ ਮਾਂ, ਹੁਣ ਤੇ ਮੈਂ ਉਸ ਸੰਤ ਦੇ ਨਾਲ, ਉਸ ਫਕੀਰ ਦੇ ਨਾਲ ਹੀ ਸਾਰੀ ਜ਼ਿੰਦਗੀ ਬਤੀਤ ਕਰਨੀ ਹੈ। ਤੇ ਗੁਰੂ ਬਾਬਾ ਜੀ ਕਰਤਾਰਪੁਰ ਦੇ ਵਿੱਚ ਨੇ, 1532 ਦਾ ਸਮਾਂ, ਤੇ ਭਾਈ ਲਹਿਣਾ ਜੀ ਵੀ ਇੱਥੇ ਕਰਤਾਰਪੁਰ ਦੇ ਵਿੱਚ ਆ ਗਏ। ਭਾਈ ਲਹਿਣਾ ਜੀ ਵੀ ਕਰਤਾਰਪੁਰ ਦੇ ਵਿੱਚ ਦੀਵਾਨ ਸੱਜਣ ਲੱਗਾ, ਸਤਸੰਗ ਹੋਣ ਲੱਗਾ। ਉਹਨਾਂ ਦੀਵਾਨ ਦੇ ਵਿੱਚ ਸੁਸ਼ੋਭਿਤ ਹੋਣ ਵਾਲੇ ਬਾਬਾ ਬੁੱਢਾ ਸਾਹਿਬ ਜੀ ਹਨ। ਕਰਤਾਰਪੁਰ ਦੇ ਵਿੱਚ ਹੀ ਗੁਰੂ ਬਾਬਾ ਜੀ ਨੇ ਖੇਤੀ ਕੀਤੀ, ਤੇ ਗੁਰੂ ਬਾਬਾ ਜੀ ਦੇ ਨਾਲ ਖੇਤੀ ਕਰਨ ਵਾਲੇ ਬਾਬਾ ਬੁੱਢਾ ਸਾਹਿਬ ਜੀ ਨਾਲ ਹਨ ਗੁਰੂ ਬਾਬਾ ਜੀ ਦੇ। ਤੇ ਸਾਧ ਸੰਗਤ ਜੀ ਇੱਥੇ ਹੀ ਜਦੋਂ ਅਖੀਰਲੀ ਪਰਖ ਕੀਤੀ, ਤੇ ਗੁਰੂ ਬਾਬਾ ਜੀ ਨੇ ਇੱਕ ਵਾਰੀ ਤਾਂ ਪਹਿਲੀ ਵਾਰੀ ਗਲੇ ਲਗਾਇਆ ਨਾ, ਜਦੋਂ ਦੁੱਧ ਪਿਲਾਇਆ ਬਾਬਾ ਬੁੱਢਾ ਸਾਹਿਬ ਜੀ ਨੇ, ਉਸ ਵੇਲੇ
ਤੇ ਅਖੀਰਲੀ ਪਰਖ ਜਿਹੜੀ ਸੀ ਧਾਨਕ ਰੂਪ ਧਾਰਨ ਕਰਕੇ ਜਦੋਂ ਗੁਰੂ ਬਾਬਾ ਜੀ ਨੇ ਪਰਖਾਂ ਕੀਤੀਆਂ, ਪ੍ਰੀਖਿਆ ਲਈ, ਤੇ ਕੇਵਲ ਬਾਬਾ ਬੁੱਢਾ ਜੀ ਤੇ ਭਾਈ ਲਹਿਣਾ ਜੀ ਹੀ ਸਨ, ਬਾਕੀ ਸਾਰੇ ਪਿੱਛੇ ਮੁੜ ਗਏ। ਤੇ ਇਤਿਹਾਸ ਦੇ ਵਿੱਚ ਇਹ ਵੀ ਜ਼ਿਕਰ ਆਉਂਦਾ ਹੈ ਕਿ ਸਤਿਗੁਰੂ ਸਾਹਿਬ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਇੱਕ ਕੁੱਤਬਾ ਵੀ ਮਾਰਿਆ, ਡੰਡਾ ਵੀ ਮਾਰਿਆ। ਕਹਿ ਲੱਗੇ, ਬੁੱਢਿਆ ਸਾਰੇ ਚਲੇ ਗਏ ਨੇ, ਤੂੰ ਵੀ ਚਲਿਆ ਜਾ। ਤੇ ਬਾਬਾ ਬੁੱਢਾ ਸਾਹਿਬ ਜੀ ਕਹਿ ਲੱਗੇ, ਮਹਾਰਾਜ ਤੁਹਾਡੇ ਤੋਂ ਬਿਨਾਂ ਮੇਰਾ ਕੌਣ ਹੈ, ਕਿੱਥੇ ਜਾਵਾਂ। ਤੇ ਉੱਥੇ ਸਾਧ ਸੰਗਤ ਜੀ ਫਿਰ ਕਹਿੰਦੇ ਨੇ, ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਦੂਜੀ ਵਾਰ ਬਾਬਾ ਬੁੱਢਾ ਸਾਹਿਬ ਜੀ ਨੂੰ ਆਪਣੀ ਛਾਤੀ ਦੇ ਨਾਲ ਲਗਾਇਆ ਤੇ ਕਹਿਣ ਲੱਗੇ, ਬੁੱਢਿਆ ਤੇਰੇ ਤੂੰ ਕਦੇ ਵੀ ਓਲੇ ਨਾ ਹੋਸਾਂ। ਤੈਨੂੰ ਪਤਾ ਹੋਵੇਗਾ ਗੁਰੂ ਨਾਨਕ ਦੀ ਜੋਤ ਕਿੱਥੇ ਹੈ, ਗੁਰੂ ਨਾਨਕ ਦੇ ਤਖਤ ਤੇ ਕੌਣ ਹੈ, ਕਿੱਥੇ ਵਾਸਾ ਗੁਰੂ ਨਾਨਕ ਦੀ ਜੋਤ ਦਾ। ਇਹ ਵਰ ਦੇ ਦਿੱਤਾ। ਸੋ ਸਾਧ ਸੰਗਤ ਜੀ ਆਓ, ਅੱਗੇ ਆ ਗਿਆ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਸਮਾਂ। ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਸਮੇਂ ਦੇ ਵਿੱਚ ਵੀ ਆਪ ਜੀ ਨੇ ਬੜੀ ਅਥਾਹ ਸੇਵਾ ਕੀਤੀ ਬਾਬਾ ਬੁੱਢਾ ਸਾਹਿਬ ਜੀ ਨੇ। ਤੇ ਉਹ ਸਮਾਂ ਵੀ ਆਇਆ ਜਦੋਂ ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਮਾਤਾ ਭਰਾਈ ਦੇ ਘਰ ਦੇ ਵਿੱਚ ਖਡੂਰ ਸਾਹਿਬ ਦੇ ਵਿੱਚ ਛੁਪ ਕੇ ਬੈਠ ਕੇ, ਕਿਸੇ ਨੂੰ ਪਤਾ ਨਾ ਲੱਗੇ ਕਿ ਗੁਰੂ ਅੰਗਦ ਦੇਵ ਜੀ ਮਹਾਰਾਜ ਕਿੱਥੇ ਨੇ। ਸੰਗਤਾਂ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਬੇਨਤੀ ਕੀਤੀ, ਬਾਬਾ ਜੀ ਤੁਹਾਨੂੰ ਇਹ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਵਾਰ ਹੈ ਪਏ ਤੇ ਬੁੱਢਿਆ ਤੇਰੇ ਤੋਂ ਕਦੇ ਵੀ ਓਲੇ ਨਾ ਹੋਸਾਂ। ਤੇ ਗਏ। ਮਾਤਾ ਭਰਾਈ ਜੀ ਦੇ ਘਰ ਦਰਵਾਜ਼ਾ ਬੰਦ ਸੀ। ਸਤਿਗੁਰੂ ਸਾਹਿਬ ਜੀ ਨੇ ਕਿਹਾ ਸੀ ਵੀ ਕਿਸੇ ਨੂੰ ਦੱਸਣਾ ਨਹੀਂ। ਤੇ ਬਾਬਾ ਬੁੱਢਾ ਸਾਹਿਬ ਜੀ ਨੇ ਜਦੋਂ ਪੁੱਛਿਆ ਨਾ ਵੀ ਗੁਰੂ ਅੰਗਦ ਦੇਵ ਜੀ ਮਹਾਰਾਜ ਤੁਹਾਡੇ ਘਰ ਦੇ ਵਿੱਚ ਨੇ, ਤੇ ਮਾਤਾ ਭਰਾਈ ਜੀ ਕਹਿਣ ਲੱਗੇ ਵੀ ਗੁਰੂ ਸਾਹਿਬ ਜੀ ਦਾ ਹੁਕਮ ਹੈ। ਤੇ ਉਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ ਵੀ ਤੁਸੀਂ ਦੱਸੋ ਜਾਂ ਨਾ ਦੱਸੋ, ਪਰ ਤੁਹਾਡੇ ਚਿਹਰੇ ਦੀ ਮੁਸਕਰਾਹਟ ਇਹ ਦੱਸਦੀ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਗੁਰੂ ਅੰਗਦ ਦੇਵ ਜੀ ਤੁਹਾਡੇ ਘਰ ਦੇ ਵਿੱਚ ਹੀ ਹਨ। ਤੇ ਸੰਗਤਾਂ ਨੂੰ ਕਿਹਾ ਵੀ ਸਾਰੇ ਗੁਰੂ ਦੇ ਸ਼ਬਦ ਦਾ ਗਾਇਨ ਕਰੋ। ਸਾਰੀਆਂ ਸੰਗਤਾਂ ਨੇ ਗੁਰ ਸ਼ਬਦ ਦਾ ਗਾਇਨ ਕੀਤਾ, ਜਿਵੇਂ ਜੋਟੀਆਂ ਸੱਤ ਸ਼ਬਦ ਪੜ੍ਹੀ ਦੇ ਨਾ, ਜਿਵੇਂ ਪ੍ਰਭਾਤ ਫੇਰੀ ਵੇਲੇ ਸ਼ਬਦ ਪੜ੍ਹੀ ਦੇ ਨੇ। ਵੀ ਬਾਬਾ ਬੁੱਢਾ ਸਾਹਿਬ ਜੀ ਦੇ ਕੋਲ ਉਹ ਜੁਗਤੀ ਹੈ ਗੁਪਤ ਦਰਵਾਜ਼ੇ ਖੋਲ੍ਹਣ ਦੀ। ਤੇ ਫਿਰ ਗੁਰੂ ਦਾ ਸ਼ਬਦ ਸੁਣ ਕੇ ਗੁਰੂ ਅੰਗਦ ਦੇਵ ਜੀ ਮਹਾਰਾਜ ਬਾਹਰ ਆਏ ਤੇ ਸਭ ਤੋਂ ਪਹਿਲਾ ਬਚਨ ਕਹਿੰਦੇ ਨੇ ਆਪ ਜੀ ਨੇ ਕੀਤਾ, ਜਿਸ ਪਿਆਰੇ ਸੁਨੇਹ ਤਿਸ ਆਗੇ ਮਰ ਚੱਲੀਐ, ਤ੍ਰਿਗ ਜੀਵਨ ਸੰਸਾਰ ਤਾਂ ਕੈ ਪਾਛੈ ਜੀਵਨਾ। ਨੇਹੀ ਇੰਨਾ ਸਨੇਹੀ ਇੰਨਾ ਸੀ ਗੁਰੂ ਨਾਨਕ ਸਾਹਿਬ ਜੀ ਦੇ ਨਾਲ। ਸੋ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਸਮੇਂ ਵੀ ਆਪ ਜੀ ਨੇ ਸਾਧ ਸੰਗਤ ਜੀ ਇਹ ਸੇਵਾ ਨਿਭਾਈ। ਹੁਣ ਇੱਥੇ ਮੈਂ ਇਹ ਬੇਨਤੀ ਕਰਦੇ ਜਾਵਾਂ ਕਿ ਬਾਬਾ ਬੁੱਢਾ ਸਾਹਿਬ ਜੀ ਗੁਰਿਆਈ ਦੇ ਸਮੇਂ ਜੋ ਤਿਲਕ ਲਗਾਉਣ ਦੀ ਰਸਮ ਸੀ, ਮਰਿਆਦਾ ਸੀ, ਉਹ ਬਾਬਾ ਬੁੱਢਾ ਸਾਹਿਬ ਜੀ ਨਿਭਾਉਂਦੇ ਸਨ। ਤੇ ਪਹਿਲਾਂ ਗੁਰੂ ਸਾਹਿਬਾਨ ਨਮਸਕਾਰ ਕਰਦੇ ਸਨ ਆਉਣ ਵਾਲੇ ਗੁਰੂ ਨੂੰ, ਫਿਰ ਬਾਬਾ ਬੁੱਢਾ ਸਾਹਿਬ। ਤੇ ਜਿਸ ਦੇ ਅੱਗੇ ਬਾਬਾ ਬੁੱਢਾ ਸਾਹਿਬ ਜੀ ਦਾ ਸੀਸ ਝੁਕ ਜਾਂਦਾ ਸੀ ਨਾ, ਸੰਗਤਾਂ ਇਹ ਸਮਝ ਲੈਂਦੀਆਂ ਸਨ ਕਿ ਜੋਤ ਇਹਨਾਂ ਦੇ ਵਿੱਚ ਹੀ ਹੈ। ਇਵੇਂ ਹੀ ਗੁਰੂ ਅਮਰਦਾਸ ਜੀ ਮਹਾਰਾਜ ਦੇ ਸਮੇਂ ਵੀ ਆਪ ਜੀ ਨੇ ਬੜੀਆਂ ਸੇਵਾਵਾਂ ਨਿਭਾਈਆਂ। ਗੁਰੂ ਅਮਰਦਾਸ ਜੀ ਮਹਾਰਾਜ ਵੀ ਜਦੋਂ ਬਾਸਰ ਕੇ ਜਾ ਕੇ ਸੰਨ ਸਾਹਿਬ ਗੁਰਦੁਆਰਾ ਵਿੱਚ ਛਿਪ ਗਏ, ਦਰਵਾਜ਼ੇ ਬੰਦ ਕਰ ਦਿੱਤੇ, ਬਾਹਰ ਤਖਤੀ ਲਗਾ ਦਿੱਤੀ ਪਈ ਦਰਵਾਜ਼ਾ ਕੋਈ ਨਾ ਖੋਲੇ। ਉਸ ਵੇਲੇ ਵੀ ਸੰਗਤਾਂ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਬੇਨਤੀ ਕੀਤੀ, ਬਾਬਾ ਜੀ ਗੁਰੂ ਸਾਹਿਬ ਜੀ ਕਿੱਥੇ ਚਲੇ ਗਏ, ਕਿੱਥੇ ਜਾ ਕੇ ਛਿਪ ਗਏ। ਤੇ ਜਿਹੜੀ ਘੋੜੀ ਸੀ ਨਾ ਗੁਰੂ ਅਮਰਦਾਸ ਜੀ ਮਹਾਰਾਜ ਦੀ, ਵਾਪਸ ਆ ਗਈ ਸੀ ਛੱਡ ਕੇ ਮਹਾਰਾਜ ਜੀ ਨੂੰ। ਤੇ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ, ਚੱਲ ਘੋੜੀਏ, ਤੇ ਜਿੱਥੇ ਗੁਰੂ ਸਾਹਿਬ ਜੀ ਨੂੰ ਛੱਡ ਕੇ ਆਈ ਹੈ ਲੈ ਚੱਲ ਉੱਥੇ। ਘੋੜੀ ਕਹਿੰਦੇ ਨੇ ਅੱਗੇ ਅੱਗੇ, ਸੰਗਤਾਂ ਪਿੱਛੇ ਪਿੱਛੇ, ਬਾਬਾ ਬੁੱਢਾ ਜੀ ਨਾਲ ਨੇ। ਤੇ ਜਦੋਂ ਉੱਥੇ ਸੰਨ ਸਾਹਿਬ ਪੁੱਜਦੇ ਨੇ, ਤਖਤੀ ਦੇਖੀ ਤੇ ਕੋਈ ਦਰਵਾਜ਼ਾ ਨਾ ਖੋਲੇ, ਉਹ ਸਾਡਾ ਸਿੱਖ ਨਹੀਂ। ਦਰਵਾਜ਼ਾ ਨਹੀਂ ਖੋਲਿਆ, ਪਿਛਲੀ ਦੀਵਾਰ ਦੇ ਵਿੱਚੋਂ, ਕੰਧ ਦੇ ਵਿੱਚੋਂ ਮੋਹਰਾ ਕੱਢ ਕੇ ਸੰਨ ਲਗਾ ਕੇ ਨਾ, ਤੇ ਗੁਰੂ ਅਮਰਦਾਸ ਜੀ ਮਹਾਰਾਜ ਦੇ ਚਰਨਾਂ ਦੇ ਵਿੱਚ ਜਾ ਕੇ ਸੀਸ ਰੱਖ ਦਿੱਤਾ। ਮਹਾਰਾਜ ਸੰਗਤਾਂ ਵਿਆਕੁਲ ਹੋਈਆਂ ਨੇ
ਬਾਬਾ ਜੀ ਬਾਹਰ ਲਿਖਿਆ ਸੀ ਕਿ ਦਰਵਾਜ਼ਾ ਕੋਈ ਨਾ ਖੋਲੇ, ਮਹਾਰਾਜ ਦਰਵਾਜ਼ਾ ਨਹੀਂ ਖੋਲਿਆ, ਇਹ ਤੇ ਅੰਦਰ ਦਾ 9 ਦਰਵਾਜ਼ੇ ਪ੍ਰਗਟ ਕੀਏ, 10ਵਾਂ ਗੁਪਤ ਰਖਾਇਆ, ਗੁਰੂ ਦੁਆਰਾ ਲਾਏ ਭਾਵਨੀ। ਜਿਨ੍ਹਾਂ ਦੀ ਭਾਵਨਾ ਗੁਰੂ ਦੇ ਨਾਲ ਹੈ, ਸਾਧ ਸੰਗਤ ਦੀ, ਤੇ ਉਹ ਦਰਵਾਜ਼ਾ ਖੋਲ ਕੇ ਸੰਨ ਲਗਾ ਕੇ ਗੁਰੂ ਸਾਹਿਬ ਜੀ ਨੂੰ ਪ੍ਰਗਟ ਕੀਤਾ। ਸੋ ਗੁਰੂ ਸਾਹਿਬ ਜੀ ਦੋ ਗੁਰੂ ਸਾਹਿਬਾਨਾਂ ਨੂੰ ਗੁਰ ਮਿਲ ਲੱਦਾ ਜੀ, ਮੈਂ ਰਾਮ ਪਿਆਰਾ ਰਾਮ। ਬਾਬਾ ਬੁੱਢਾ ਸਾਹਿਬ ਜੀ ਨੇ ਜਦੋਂ ਗੁਰੂ ਸਾਹਿਬ ਜੀ ਜਾ ਕੇ ਛਿਪ ਕੇ ਬੈਠ ਕੇ ਤੇ ਉਦੋਂ ਲੱਭਣ ਦੀ ਸੇਵਾ ਵੀ ਕੀਤੀ, ਸੰਗਤਾਂ ਦੀ ਅਗਵਾਈ ਕੀਤੀ। ਜਦੋਂ ਬੌਲੀ ਸਾਹਿਬ ਜੀ ਦਾ ਟੱਕ ਲਗਾਉਣਾ ਸੀ ਨਾ ਜੀ, ਉਦੋਂ ਵੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਆਪ ਜੀ ਨੂੰ ਇਹ ਸੁਭਾਗ ਬਖਸ਼ਿਆ, ਬਾਬਾ ਜੀ ਬੌਲੀ ਦਾ ਟੱਪ ਤੁਸੀਂ ਲਗਾਓਗੇ। ਤੇ ਬਹੁਤ ਸਾਰਾ ਹੋਰ ਵੀ ਇਤਿਹਾਸ ਹੈ ਗੁਰੂ ਅਮਰਦਾਸ ਜੀ ਮਹਾਰਾਜ ਦੇ ਵੇਲੇ ਵੀ। ਤੇ ਇਵੇਂ ਸਾਧ ਸੰਗਤ ਜੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਸਮੇਂ ਵੀ ਆਪ ਜੀ ਨੇ ਬੜੀਆਂ ਸੇਵਾਵਾਂ ਨਿਭਾਈਆਂ। ਬਾਬਾ ਬੁੱਢਾ ਸਾਹਿਬ ਜੀ ਨੇ ਅੰਮ੍ਰਿਤ ਸਰੋਵਰ ਦਾ ਟੱਕ ਵੀ ਇਤਿਹਾਸ ਕਹਿੰਦਾ ਹੈ ਕਿ ਬਾਬਾ ਬੁੱਢਾ ਸਾਹਿਬ ਜੀ ਨੇ ਲਗਾਇਆ। ਹਰਿਮੰਦਰ ਦੀ ਨੀਂਹ ਤਾਂ ਸਾਈਂ ਮੀਆਂ ਮੀਰ ਨੇ ਰੱਖੀ ਨਾ। ਬਾਬਾ ਬੁੱਢਾ ਸਾਹਿਬ ਜੀ ਇੱਕ ਬੜੀ ਮਹਾਨ ਸ਼ਖਸੀਅਤ ਹਨ ਸਿੱਖ ਜਗਤ ਦੇ ਅੰਦਰ, ਜਿਨ੍ਹਾਂ ਨੇ ਸਾਧ ਸੰਗਤ ਜੀ 5 ਗੁਰੂ ਸਾਹਿਬਾਨਾਂ ਨੂੰ ਗੁਰਤਾ ਗੱਦੀ ਦਾ ਤਿਲਕ ਦਿੱਤਾ। ਕਿਉਂਕਿ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੂੰ ਤਾਂ ਨਿਰੰਕਾਰ ਨੇ ਪਹਿਲਾਂ ਹੀ ਗੁਰਗੱਦੀ ਦੇ ਕੇ ਭੇਜਿਆ ਸੀ ਨਾ। ਸੋ ਗੁਰੂ ਅੰਗਦ ਦੇਵ ਜੀ ਮਹਾਰਾਜ ਤੋਂ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਤੱਕ ਗੁਰਤਾ ਗੱਦੀ ਦਾ ਤਿਲਕ ਲਗਾਉਣ ਵਾਲੇ ਬਾਬਾ ਬੁੱਢਾ ਸਾਹਿਬ ਜੀ ਸਿੱਖ ਜਗਤ ਦੀ ਇੱਕ ਉਹ ਮਹਾਨ ਸ਼ਖਸੀਅਤ ਹਨ ਜਿਨ੍ਹਾਂ ਨੇ 10 ਗੁਰੂ ਸਾਹਿਬਾਨਾਂ ਦੇ ਵਿੱਚੋਂ 8 ਗੁਰੂ ਸਾਹਿਬਾਨਾਂ ਦੇ ਆਪਣੇ ਨੇਤਰਾਂ ਦੇ ਨਾਲ ਦਰਸ਼ਨ ਕੀਤੇ। ਬਹੁਤ ਵੱਡੀ ਬਾਤ ਹੈ ਸਾਧ ਸੰਗਤ, 10 ਗੁਰੂ ਸਾਹਿਬਾਨਾਂ ਦੇ ਵਿੱਚੋਂ 8 ਗੁਰੂ ਸਾਹਿਬਾਨਾਂ ਦੇ ਆਪਣੇ ਨੇਤਰਾਂ ਦੇ ਨਾਲ ਦਰਸ਼ਨ ਕਰਨੇ। ਇੱਥੇ ਥੋੜ੍ਹਾ ਜਿਹਾ ਸਪਸ਼ਟ ਕਰਦਾ ਜਾਵਾਂ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਭਾਵੇਂ ਉਦੋਂ ਗੁਰੂ ਨਹੀਂ ਸਨ ਬਣੇ, ਜਦੋਂ ਬਾਬਾ ਬੁੱਢਾ ਸਾਹਿਬ ਜੀ ਨੇ ਅਕਾਲ ਚਲਾਣਾ ਕੀਤਾ ਨਾ, ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਉਸ ਵੇਲੇ ਭਾਵੇਂ ਗੁਰੂ ਨਹੀਂ ਸਨ ਬਣੇ, ਪਰ ਦਰਸ਼ਨ ਉਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਕੀਤੇ ਸਨ। ਜਦੋਂ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗ੍ਰਹਿ ਵਿਖੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਜਨਮ ਹੋਇਆ ਸੀ ਨਾ, ਤੇ ਸਾਧ ਸੰਗਤ ਜੀ ਬਾਬਾ ਬੁੱਢਾ ਸਾਹਿਬ ਜੀ ਨੇ ਦਰਸ਼ਨ ਕਰ ਲਏ ਸਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਤੇ ਇਸ ਤਰ੍ਹਾਂ ਸਾਧ ਸੰਗਤ ਜੀ ਇਤਿਹਾਸ ਦੀਆਂ ਇਹ ਪਿਰਤਾਂ ਦੱਸਦੀਆਂ ਨੇ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸਮੇਂ ਆਪ ਜੀ ਦੀਆਂ ਸੇਵਾਵਾਂ, ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਆਦਿ ਬੀੜ ਲਿਖਣ ਦਾ ਕੰਮ ਸ਼ੁਰੂ ਕੀਤਾ ਨਾ, ਸੇਵਾ ਸ਼ੁਰੂ ਕੀਤੀ, ਰਾਮਸਰ ਸਾਹਿਬ ਜੀ ਦੇ ਪਾਵਨ ਪਵਿੱਤਰ ਅਸਥਾਨ ਤੇ ਬੜਾ ਸਾਵਧਾਨੀ ਵਾਲਾ ਕੰਮ ਸੀ। ਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਬਿਠਾ ਦਿੱਤਾ। ਸੰਗਤਾਂ ਨੂੰ ਕਿਹਾ ਕਿ ਜਿਹੜੀਆਂ ਸੰਗਤਾਂ ਸਾਡੇ ਦਰਸ਼ਨ ਕਰਨ ਵਾਸਤੇ ਆਣ, ਉਹ ਬਾਬਾ ਬੁੱਢਾ ਸਾਹਿਬ ਜੀ ਦੇ ਦਰਸ਼ਨ ਕਰਨ। ਬਾਬਾ ਬੁੱਢਾ ਸਾਹਿਬ ਜੀ ਦੇ ਦਰਸ਼ਨ ਸਾਡੇ ਹੀ ਦਰਸ਼ਨ ਨੇ, ਤੇ ਜੋ ਵੀ ਸੰਗਤਾਂ ਦੀਆਂ ਭਾਵਨਾ ਨੇ, ਜੋ ਵੀ ਸੰਗਤਾਂ ਦੀਆਂ ਖਾਸ਼ਾਂ ਨੇ, ਜੋ ਵੀ ਸੰਗਤਾਂ ਦੀਆਂ ਅਰਦਾਸਾਂ ਨੇ, ਉਹ ਬਾਬਾ ਬੁੱਢਾ ਸਾਹਿਬ ਜੀ ਦੇ ਕੋਲ ਕਰਨ। ਇਸ ਗੱਲ ਤੋਂ ਅੰਦਾਜ਼ਾ ਲਗਾਓ ਕਿ ਬਾਬਾ ਬੁੱਢਾ ਸਾਹਿਬ ਜੀ ਦਾ ਕਿੰਨਾ ਮਾਣ, ਕਿੰਨਾ ਸਤਿਕਾਰ ਗੁਰੂ ਸਾਹਿਬ ਜੀ ਦੇ ਵੇਲੇ ਤੋਂ ਹੀ ਸ਼ੁਰੂ ਹੋ ਗਿਆ ਸੀ। ਪ੍ਰਿੰਸੀਪਲ ਸਤਬੀਰ ਸਿੰਘ ਜੀ ਲਿਖਦੇ ਨੇ ਕਿ ਜਦੋਂ ਆਦਿ ਬੀੜ ਦਾ ਪੋਥੀ ਸਾਹਿਬ ਜੀ ਦਾ ਪ੍ਰਕਾਸ਼ ਵੀ ਸੱਚਖੰਡ ਦੇ ਵਿੱਚ ਹੋ ਗਿਆ ਨਾ, ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ, ਤੇ ਜਦੋਂ ਬਾਬਾ ਬੁੱਢਾ ਸਾਹਿਬ ਜੀ ਆਉਂਦੇ ਸਨ, ਗੁਰੂ ਅਰਜਨ ਦੇਵ ਜੀ ਮਹਾਰਾਜ ਇੰਜ ਸੀਸ ਝੁਕਾ ਦਿਆ ਕਰਦੇ ਸਨ ਬਾਬਾ ਬੁੱਢਾ ਸਾਹਿਬ। ਸੰਗਤਾਂ ਨੇ ਪੁੱਛ ਕੀਤੀ ਤੇ ਬਾਬਾ ਬੁੱਢਾ ਸਾਹਿਬ ਜੀ ਵੀ ਆਖਣ ਲੱਗੇ, ਮਹਾਰਾਜ ਮੈਂ ਤੇ ਤੁਹਾਡੇ ਦਰ ਦਾ ਘਾਈਆਂ, ਤੁਹਾਡਾ ਦਰ ਦਾ ਸੇਵਾਦਾਰ ਹਾਂ, ਤੇ ਐਸਾ ਕਿਉਂ ਕਰਦੇ ਹੋ? ਕਹਿਣ ਲੱਗੇ ਕਿਉਂਕਿ ਬਾਬਾ ਜੀ ਤੁਸੀਂ ਪ੍ਰਥਮ ਗੁਰੂ, ਤੁਸੀਂ ਵੱਡੇ ਗੁਰੂ,
ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਦਰਸ਼ਨ ਕੀਤੇ। ਆਓ ਥੋੜਾ ਪੰਛੀ ਝਾਤ ਮਾਰੀਏ, ਸਮਾਂ ਕਿਉਂਕਿ ਸੀਮਤ ਹੈ ਸਾਧ ਸੰਗਤ ਜੀ। ਜਦੋਂ ਆਦਿ ਬੀੜ ਦਾ ਪ੍ਰਕਾਸ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਕੀਤਾ ਤਾਂ ਪਹਿਲੇ ਗ੍ਰੰਥੀ ਸਾਹਿਬਾਨ ਗੁਰੂ ਘਰ ਦੇ ਵਜ਼ੀਰ ਬਾਬਾ ਬੁੱਢਾ ਸਾਹਿਬ ਜੀ ਨੂੰ ਥਾਪਿਆ ਗਿਆ। ਬਾਬਾ ਬੁੱਢਾ ਸਾਹਿਬ ਜੀ ਦੀ ਉਮਰ ਉਸ ਵੇਲੇ 98 ਸਾਲ ਦੇ 98 ਈਅਰ ਦੇ ਸਨ। ਬਾਬਾ ਬੁੱਢਾ ਸਾਹਿਬ ਜੀ, ਬੁੱਢਾ ਗ੍ਰੰਥ ਲੀਨ ਸਿਰ ਧਾਰੀ, ਚਬਰ ਕਰੈ ਗੁਰ ਬਾਰੰਗ ਬਾਰੀ। ਰਾਮਸਰ ਸਾਹਿਬ ਜੀ ਦੇ ਸਥਾਨ ਤੋਂ ਜਦੋਂ ਚੱਲੇ ਨਾ, ਬਾਬਾ ਬੁੱਢਾ ਸਾਹਿਬ ਜੀ ਨੇ ਆਦਿ ਬੀੜ ਨੂੰ ਆਪਣੇ ਸੀਸ ਤੇ ਲਿਆ। ਗੁਰੂ ਸਾਹਿਬ ਚੌਰ ਸਾਹਿਬ ਕਰ ਰਹੇ ਨੇ ਤੇ ਬਾਲਕ ਹਰਗੋਬਿੰਦ ਸਾਹਿਬ ਜੀ ਅੱਗੇ ਜਲ ਛਿੜਕ ਰਹੇ ਨੇ ਤੇ ਸਿੱਖ ਸੰਗਤਾਂ ਜਿਹੜੀਆਂ ਨੇ ਬੜੀ ਖੁਸ਼ੀ ਦੇ ਵਿੱਚ ਆ ਕੇ ਗੁਰਬਾਣੀ ਦੇ ਸ਼ਬਦ ਗਾ ਰਹੀਆਂ ਨੇ। ਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਇਹ ਮਾਣ ਬਖਸ਼ਿਆ ਗੁਰੂ ਘਰ ਦੇ ਪ੍ਰਥਮ ਵਜ਼ੀਰ, ਤੇ ਕਿਹਾ ਬਾਬਾ ਬੁੱਢਾ ਖੋਲੋ ਗ੍ਰੰਥ, ਲਿਹੋ ਆਵਾਜ਼ਾ ਸੁਨੈ ਸਭ ਪੰਥ। ਅਦਬ ਸਹਿਤ ਗ੍ਰੰਥ ਕੋ ਖੋਲਾ, ਲੈ ਮੁਖ ਵਾਕ ਬੁੱਢਾ ਮੁਖ ਬੋਲਾ। ਸੋਹੀ ਮਹੱਲਾ ਪੰਜਵਾਂ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਨ ਆਇਆ ਰਾਮ। ਸੋ ਬਾਬਾ ਬੁੱਢਾ ਸਾਹਿਬ ਜੀ ਨੂੰ ਮਾਣ ਬਖਸ਼ਿਆ। ਤੇ ਜਿਹੜਾ ਅੱਜ ਦਾ ਜੋੜ ਮੇਲਾ ਹੈ ਨਾ ਬੀੜ ਸਾਹਿਬ ਦਾ, ਉਹ ਜਦੋਂ ਪ੍ਰਿਥੀ ਦੇ ਘਰ ਵਾਲੀ ਕਰਮੋਂ ਇੱਕ ਦਿਨ ਇਹ ਕਹਿ ਰਹੀ ਹੈ ਵੀ ਗੰਗਾ ਦੇ ਘਰ ਕਿਹੜੀ ਕੋਈ ਔਲਾਦ ਹੋਣੀ ਹੈ, ਕਿਹੜੀ ਕੋਈ ਸੰਤਾਨ ਹੋਣੀ ਹੈ, ਸਭ ਕੁਝ ਦਾ ਵਾਰਸ ਸਾਡਾ ਪੁੱਤਰ ਮਿਹਰਬਾਨ ਹੀ ਹੋਣਾ। ਤੇ ਇੱਕ ਨੌਕਰ ਰਾਣੀ ਦੇ ਰਾਹੀਂ ਜਦੋਂ ਇਹ ਖਬਰ ਘਰ ਪਹੁੰਚੀ ਤੇ ਮਾਤਾ ਗੰਗਾ ਜੀ ਨੂੰ ਨੌਕਰ ਰਾਣੀ ਨੇ ਦੱਸਿਆ ਵੀ ਕਰਮੋਂ ਤੇ ਇੰਜ ਕਹਿੰਦੀ ਹੈ। ਤੇ ਅੱਜ ਮਾਤਾ ਗੰਗਾ ਜੀ ਕੁਝ ਨਿਰਾਸ਼ ਨੇ, ਚਿੰਤਾ ਦੇ ਵਿੱਚ ਨੇ। ਜਦੋਂ ਸਾਹਿਬ ਜੀ ਆਏ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿਣ ਲੱਗੇ, ਗੰਗਾ ਅੱਜ ਚਿਹਰਾ ਮੁਰਝਾਇਆ ਹੋਇਆ ਕਿਉਂ ਹੈ? ਮਹਾਰਾਜ ਘਰ ਦੇ ਵਿੱਚ ਇੱਕ ਵੀ ਪੁੱਤਰ ਨਹੀਂ, ਸੰਤਾਨ ਨਹੀਂ। ਤੁਸੀਂ ਆਪਣੇ ਭਗਤ ਸਾਲੂ ਨੂੰ ਤਾਂ ਇਹ ਕਿਹਾ ਵੀ ਜਿੰਨੇ ਕੋਈ ਗੁਰੂ ਕੇ ਲੰਗਰ ਵਾਸਤੇ ਪਾਥੀਆਂ ਦੇਵੇਗਾ, ਗੋਹੇ ਦੇਗਾ, ਉਨੇ ਪੁੱਤਰ ਹੋ ਜਾਣਗੇ। ਕਹਿਣ ਲੱਗੇ ਇਹ ਗੁਰੂ ਨਾਨਕ ਦੇ ਘਰ ਦੀ ਅਮਾਨਤ ਵਿੱਚ ਖਿਆਨਤ ਨਹੀਂ ਕੀਤੀ ਜਾ ਸਕਦੀ। ਤੁਸੀਂ ਵੀ ਚਾਹੁੰਦੇ ਹੋ ਤੇ ਜਾਓ, ਇੰਦਰੀਜਿਤ ਪੁਰਖ ਨੇ ਬਾਬਾ ਬੁੱਢਾ ਸਾਹਿਬ ਜੀ, ਉਹਨਾਂ ਕੋਲ ਅਰਦਾਸ ਕਰੋ ਜਾ ਕੇ। ਤੇ ਮਾਤਾ ਗੰਗਾ ਜੀ ਜਦੋਂ ਪਹਿਲੀ ਵਾਰੀ ਆਏ, ਰਥਾਂ ਤੇ ਆਏ, ਬੜੇ ਸੱਜ ਤੱਜ ਕੇ ਆਏ, ਦੱਸਿਆ ਇਤਿਹਾਸ ਦੇ ਵਿੱਚ। ਤੇ ਬਾਬਾ ਬੁੱਢਾ ਸਾਹਿਬ ਜੀ ਨੇ ਕਿਹਾ ਗੁਰੂ ਕਿਆਂ ਨੂੰ ਕਿੱਧਰ ਭਾਜੜਾ ਪੈ ਗਈਆਂ। ਬੜੇ ਨਿਰਾਸ਼ ਹੋ ਕੇ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿਣ ਲੱਗੇ, ਗੰਗਾ ਜੀ ਕਿੰਜ ਗਏ ਸੋ, ਕਿਵੇਂ ਗਏ ਸੋ? ਸਾਰਾ ਦੱਸਿਆ। ਕਹਿਣ ਲੱਗੇ ਇੰਜ ਨਹੀਂ ਜਾਈਦਾ। ਇੱਕ ਤਾਂ ਉਹ ਜ਼ਿਮੀਂਦਾਰ ਨੇ, ਸਿੱਧੇ ਸਾਦੇ ਨੇ, ਬੜਾ ਸਾਦਾ ਭੋਜਨ, ਮਿੱਸੇ ਪ੍ਰਸ਼ਾਦੇ, ਅਚਾਰ, ਗੰਢਾ, ਲੱਸੀ, ਕੱਚੀ ਲੱਸੀ ਜਿਹੜੀ ਹੈ ਇਹ ਤਿਆਰ ਕਰੋ ਤੇ ਆਪਣੇ ਹੱਥੀਂ ਆਟਾ ਪੀਸ ਕੇ ਆਪ ਲੰਗਰ ਤਿਆਰ ਕਰਕੇ ਨੰਗੇ ਪੈਰੀ ਜਾਓ, ਨਿਮਰਤਾ ਦੇ ਨਾਲ ਜਾਓ ਤੇ ਜਾ ਕੇ ਫਿਰ ਬਾਬਾ ਜੀ ਦੇ ਕੋਲ ਅਰਦਾਸ ਕਰੋ। ਜਦੋਂ ਦੂਸਰੀ ਵਾਰੀ ਗਏ ਨਾ, ਮਾਤਾ ਗੰਗਾ ਜੀ ਬੜੀ ਸਾਦਗੀ ਦੇ ਨਾਲ, ਸਿਰਫ ਕਹਿੰਦੇ ਨੇ ਇੱਕ ਹੀ ਸੇਵਾਦਾਰ ਨਹੀਂ ਕਹਿ ਲਈਏ, ਨੌਕਰਾਨੀ ਨਾਲ ਸੀ। ਜਦੋਂ ਨੰਗੇ ਪੈਰੀ ਗਏ, ਆਪ ਲੰਗਰ ਤਿਆਰ ਕੀਤਾ। ਆ ਸਾਧ ਸੰਗਤ ਜੀ ਮਿੱਸੇ ਪ੍ਰਸ਼ਾਦੇ, ਅਚਾਰ, ਗੰਢਾ, ਲੱਸੀ, ਤੇ ਆਪ ਬਾਬਾ ਬੁੱਢਾ ਸਾਹਿਬ ਜੀ ਦੂਰੋਂ ਵੇਖ ਕੇ ਉੱਠ ਕੇ ਖਲੋ ਗਏ ਤੇ ਸਿਰ ਤੋਂ ਆਪ ਉਹ ਪੋਟੜੀ ਲੰਗਰ ਵਾਲੀ ਉਤਾਰੀ। ਕਹਿ ਲੱਗੇ ਮਾਂ ਭੁੱਖ ਵੀ ਬੜੀ ਲੱਗੀ ਸੀ, ਜੇ ਮਾਂ ਸਾਰ ਨਾ ਲਵੇ ਤੇ ਕੌਣ ਸਾਰ ਲਵੇਗਾ। ਲੰਗਰ ਛਕ ਰਹੇ ਨੇ, ਗੰਢਾ ਪਿਆਜ਼ ਆਪਣੀ ਮੁੱਠੀ ਤੇ ਰੱਖਿਆ, ਭੰਨਿਆ ਮੁੱਠੀ ਦੇ ਨਾਲ, ਤੇ ਕਹਿਣ ਲੱਗੇ ਕੌਣ ਕਹਿੰਦਾ ਵੀ ਗੁਰੂ ਨਾਨਕ ਦਾ ਵਾਰਸ ਨਹੀਂ ਆਣਾ? ਤੇ ਕਹਿਣ ਲੱਗੇ ਬੜਾ ਯੋਧਾ ਮਹਾਨ ਬਲੀ ਬੇਟਾ ਤੁਹਾਡੇ ਘਰ ਪੈਦਾ ਹੋਵੇਗਾ, ਜਿਵੇਂ ਅਸੀਂ ਇਹ ਗੰਢਾ ਭੰਨਿਆ ਐਵੇਂ ਉਹ ਜ਼ਾਲਮਾਂ ਦੇ ਸਿਰ ਭੰਨੇਗਾ। ਸੋ ਸਾਧ ਸੰਗਤ ਜੀ 22 ਅੱਸੂ 1594 ਦਾ ਉਹ ਦਿਨ ਸੀ ਜਦੋਂ ਬਾਬਾ ਬੁੱਢਾ ਸਾਹਿਬ ਜੀ ਨੇ ਇਹ ਵਰ ਦਿੱਤਾ, ਇਹ ਅਰਦਾਸ ਕੀਤੀ। ਇਹ ਹੀ ਦਿਹਾੜਾ ਉੱਥੇ ਅੱਜ ਮਨਾਇਆ ਜਾਂਦਾ ਹੈ ਜਿਸ ਦਿਨ ਬਾਬਾ ਬੁੱਢਾ ਸਾਹਿਬ ਜੀ ਨੇ ਸਾਧ ਸੰਗਤ ਜੀ ਮਾਤਾ ਗੰਗਾ ਜੀ ਵਾਸਤੇ ਇਹ ਅਰਦਾਸ ਕੀਤੀ। ਫਿਰ 21 ਹਾੜ 1595 ਨੂੰ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਅਵਤਾਰ ਹੋਇਆ। ਜੋੜ ਮੇਲਾ ਬੀੜ ਬਾਬਾ ਬੁੱਢਾ ਸਾਹਿਬ ਜੀ। ਸੰਗਤਾਂ ਵਹੀਰਾਂ ਕੱਤ ਕੇ ਪਹੁੰਚਦੀਆਂ ਨੇ ਤੇ ਜਿਨ੍ਹਾਂ ਦੇ ਘਰ ਸੰਤਾਨ ਨਹੀਂ ਹੁੰਦੀ, ਜਿਹੜੇ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਜਾਂਦੇ ਨੇ, ਅੱਜ ਵੀ ਉੱਥੋਂ ਸਾਧ ਸੰਗਤ ਜੀ ਝੋਲੀਆਂ
ਭਰਦੀਆਂ ਹਨ। ਬਾਬਾ ਬੁੱਢਾ ਸਾਹਿਬ ਜੀ ਨੂੰ ਨਮਸਕਾਰ ਤਾਂ ਕੋ ਲਖ ਵਾਰ, ਇਹ ਮਨ ਦੀਜੈ ਤਾਂ ਕੋ ਵਾਰ। ਲੱਖ ਲੱਖ ਵਾਰੀ ਨਮਸਕਾਰ ਪ੍ਰਣਾਮ ਕਰੀਏ ਜੀ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰ ਦੇਣੀ। ਆਓ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।